ਥੜਾ ਸਿਆਸਤ ਦੇ ਨਾਲ ਮੈਂ ਤੁਹਾਡਾ ਮੇਜ਼ਬਾਨ ਅਹਿਮਦ ਲਤੀਫ। ਸੁਣਨ ਵਾਲਿਓ, ਅਸੀਂ ਅੱਜ ਮੈਂ ਸਮਝਦਾ ਸਾਰਿਆਂ ਨਾਲੋਂ ਵੱਡੀ ਇਸਲਾਮਾਬਾਦ ਦੀ ਜਿਹੜੀ ਗੱਪਸ਼ਪ ਹੈ ਥੜੇ ਦੀ, ਉਹ ਅਸੀਂ ਕਰਨ ਜਾ ਰਹੇ ਹਾਂ। ਸਾਡੇ ਨਾਲ ਮੌਜੂਦ ਨੇ ਨੈਸ਼ਨਲ ਪ੍ਰੈਸ ਕਲੱਬ ਦੇ ਸਾਬਕ ਸਦਰ ਸ਼ਕੀਲ ਅੰਜਮ। अस्सलाम वालेकुम जी। वालेकुम सलाम। ਤੁਹਾਨੂੰ ਮੁਬਾਰਕ। ਤੁਹਾਨੂੰ ਵੀ ਮੁਬਾਰਕ। ਤੇ ਜਰਨਲਿਸਟ ਪੈਨਲ ਜਿੱਤਿਆ ਔਰ ਕਲੀਨ ਸਵੀਪ ਕੀਤਾ ਉਹਨੇ। ਔਰ ਲੇਕਿਨ ਮੈਂ ਤੁਹਾਨੂੰ ਅੱਜ ਇਸ ਗੱਲੋਂ ਬੁਲਾਇਆ, ਬੜੇ ਥੱਕੇ ਹੋ ਤੁਸੀਂ, ਰਾਤ ਦੇ ਜਾਗੇ ਹੋ, ਲੇਕਿਨ ਤੁਹਾਡੀ ਮੁਹੱਬਤ, ਮਿਹਰਬਾਨੀ ਕਿ ਤੁਸੀਂ ਮੇਰੇ ਕਹਿਣ ਤੇ ਆਏ ਔਰ ਮੈਨੂੰ ਪਿਆਰ ਤੁਸੀਂ ਦਿੰਦੇ ਹੋ। ਸਾਰੇ ਯਾਰ ਮੇਰੇ ਨਾਲ ਪਿਆਰ ਕਰਦੇ ਨੇ, ਲੇਕਿਨ ਮੈਂ ਚਾਹਨਾ ਕਿਉਂਕਿ ਅਸੀਂ ਤੁਸੀਂ ਸਾਰੇ ਬਾਕਾਇਦਾ ਜਿਹਨੂੰ ਕਹਿੰਦੇ ਨਾ ਕਿਧਰੇ ਵੀ ਇਲੈਕਸ਼ਨ ਹੋ ਰਹੇ ਹੋਣ, ਸਾਡੇ ਵਾਸਤੇ ਬੜੀ ਸੰਜੀਦਾ ਸਰਗਰਮੀ ਹੁੰਦੀ ਹੈ। ਉਹ ਮੁਲਕੀ ਸਤਹ 'ਤੇ ਹੋਣ, ਉਹ ਮੁਕਾਮੀ ਸਤਹ 'ਤੇ ਹੋਣ, ਉਹ ਕਮਿਊਨਿਟੀ ਦੇ ਇਲੈਕਸ਼ਨ ਹੋਣ, ਅਸੀਂ ਉਹਨੂੰ ਬੜੀ ਤਵੱਜੋ ਨਾਲ ਦੇਖਦੇ ਹਾਂ, ਤੁਸੀਂ ਔਰ ਮੈਂ। ਫਿਰ ਇੱਕ ਦੂਜਾ ਸਾਡਾ ਜਿਹੜਾ ਐਸਪੈਕਟ ਹੈ ਜਾਂ ਇੱਕ ਦੂਸਰਾ ਮਰਹਲਾ ਹੈ ਜਾਂ ਇੱਕ ਅੰਗ ਹੈ, ਉਹ ਸਾਡਾ ਹੈ ਤਹਿਕੀਕਾਤੀ ਜਰਨਲਿਜ਼ਮ ਦਾ। ਅਸੀਂ ਸਾਡੀ ਜਿਹੜੀ ਸਕੂਲਿੰਗ ਹੋਈ ਹੈ ਜਾਂ ਜਿਸ ਤਰ੍ਹਾਂ ਅਸੀਂ ਪੜ੍ਹੇ ਲਿਖੇ ਹਾਂ ਜਾਂ ਜਿਸ ਤਰ੍ਹਾਂ ਉਸਤਾਦਾਂ ਨਾਲ ਅਸੀਂ ਬੈਠੇ ਹਾਂ, ਅਸੀਂ ਕਿਉਂਕਿ ਪਾਕਿਸਤਾਨ ਵੀ ਸਰਾਸਰ ਸਿਆਸੀ ਸਰਗਰਮੀ ਦੇ ਨਤੀਜੇ 'ਚ ਵਜੂਦ 'ਚ ਆਇਆ ਅਤੇ ਇਹਨੇ ਬਰਕਰਾਰ ਵੀ ਇਸੇ ਸਿਆਸੀ ਔਰ ਜਮਹੂਰੀ ਸਰਗਰਮੀ ਨਾਲ ਰਹਿਣਾ। ਫਿਰ ਸਾਡੇ ਕੋਲ ਇੱਕ ਨਵਾਂ ਮੋਰਚਾ ਹੈ ਜਿਹਨੂੰ ਅਸੀਂ ਕਹਿੰਦੇ ਹਾਂ, ਉਹ ਹੈ ਆਜ਼ਾਦੀ ਸਹਾਫਤ ਦਾ ਮੋਰਚਾ। ਇਸ ਮੋਰਚੇ ਨੂੰ ਬਚਾਉਣ ਵਾਸਤੇ ਅਸੀਂ ਕੋੜੇ ਵੀ ਖਾਧੇ, ਅਸੀਂ ਜੇਲ੍ਹਾਂ ਵੀ ਬਰਦਾਸ਼ਤ ਕੀਤੀਆਂ, ਅਸੀਂ ਕਿਲਿਆਂ ਵਿੱਚ ਵੀ ਗਏ, ਔਰ ਸਾਡੀ ਜਿਸ ਤਰ੍ਹਾਂ ਦੀ ਤਰਬੀਅਤ ਹੋਈ ਹੈ ਉਹਦਾ ਤਕਾਜ਼ਾ ਹੈ ਕਿ ਅਸੀਂ ਬੜੀ ਤਵੱਜੋ ਨਾਲ ਇਸ ਸਾਰੇ ਮਾਮਲੇ ਨੂੰ ਤੱਕੀਏ। ਤੁਸੀਂ ਇਸ ਸਾਰੇ ਪ੍ਰੈਸ ਕਲੱਬ ਦੇ ਹੋਣ ਜੇ ਇਲੈਕਸ਼ਨ, ਫਿਰ ਉਸ ਤੋਂ ਬਾਅਦ ਇੱਕ ਜਿਹੜੀ ਧੂੜ ਧਮਾਈ ਗਈ ਹੈ, ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ? मैं समझदा चाचा जी कि एक जमहूरी अमल सी जी, और हमें हमेशा ਹੁੰਦਾ ਹੈ। ਅਸੀਂ ਬੜੀ ਸੰਜੀਦਗੀ ਨਾਲ ਇਸ ਨੂੰ ਲੈਂਦੇ ਔਰ ਤੁਸੀਂ ਦੇਖਿਆ ਹੋਵੇਗਾ ਪਿੱਛੇ ਕਿ ਜਨਰਲ ਬਾਡੀ ਨੇ ਅਪਰੂਵ ਕੀਤਾ ਸੀ ਜੀ ਕਿ ਜੀ ਇਹ ਇਲੈਕਸ਼ਨ ਮਾਰਚ ਵਿੱਚ ਹੋਣਾ। ਵੈਸੇ ਹੋਣਾ ਵੀ ਮਾਰਚ ਵਿੱਚ ਚਾਹੀਦਾ ਕਿਉਂਕਿ ਬੰਦਾ ਜੰਮਿਆ ਹੁੰਦਾ ਹੈ ਜੀ ਦਸੰਬਰ ਵਿੱਚ। ਔਰ ਦੇਖਿਆ ਨਹੀਂ ਤੁਸੀਂ ਸਾਰੇ ਜ਼ਿਆਦਾਤਰ ਲੋਕ ਜਿਹੜੇ ਬਿਮਾਰ ਸਨ, ਬਿਲਕੁਲ, ਕਿਸ ਨੂੰ ਖਾਂਸੀ, ਫਿਰ ਕਰੋਨਾ ਵੀ ਸੀ, ਜ਼ੁਕਾਮ, ਔਰ ਤੋਂ ਕਰੋਨਾ ਦਾ ਸ਼ਿਕਾਰ ਲੋਕੀ। ਲੇਕਿਨ ਇਹ ਅਸੀਂ ਅਪੋਜੀਸ਼ਨ ਨੂੰ ਇੱਕ ਨਾਲ ਲੈ ਕੇ ਚੱਲਣ ਦੀ ਪਹਿਲੀ ਵਾਰੀ ਕੋਸ਼ਿਸ਼ ਕੀਤੀ। ਠੀਕ ਕਿ ਅਸੀਂ ਕਿਹਾ ਕਿ ਨਹੀਂ, ਇਹ ਘਰ ਸਭ ਦਾ ਹੈ। ਠੀਕ, ਇਹ ਜਿਹੜਾ ਕਿਲਾ ਹੈ ਇਹ ਸਭ ਦਾ ਹੈ, ਕਿਸੇ ਦਾ ਇਹ ਨਹੀਂ ਹੈ ਕਿ ਸਾਡਾ ਜ਼ਿਆਦਾ ਹੈ, ਅਸੀਂ ਜ਼ਿਆਦਾ ਵਾਰੀ ਜਿੱਤੇ ਤਾਂ ਸਾਡਾ ਨਹੀਂ, ਹਰ ਬੰਦੇ ਦਾ ਹੈ। ਕੋਈ ਹਾਰਦਾ ਹੈ ਜਾਂ ਜਿੱਤਦਾ ਹੈ, ਬਾਹਰ ਸੂਰਤ ਇਹ ਜਿਹੜਾ ਪ੍ਰੈਸ ਕਲੱਬ ਹੈ ਇਹ ਸਭ ਦਾ ਅਸਲੀ ਘਰ ਹੈ। ਸੈਕਿੰਡ ਨਹੀਂ, ਪਹਿਲਾ ਘਰ ਹੈ ਕਿ ਜਿਹੜਾ ਉਹਨਾਂ ਦੇ ਦੁੱਖ ਸੁੱਖ 'ਚ ਕੰਮ ਆਉਂਦਾ ਹੈ। ਹਰ ਬੰਦਾ ਆਪਣੀ ਗੱਲ ਕਰ ਸਕਦਾ ਹੈ। ਇਸ ਵਾਸਤੇ ਇਹ ਅਮਲ ਪਹਿਲੇ ਉਹਨਾਂ ਨੇ ਆਪੋਜੀਸ਼ਨ ਨੇ ਕਿਹਾ ਕਿ ਜੀ ਫੌਰੀ ਇਲੈਕਸ਼ਨ ਕਰਾਓ। ਠੀਕ, ਅਸੀਂ ਤਿਆਰ ਹੋ ਗਏ। ਅਸੀਂ ਜਨਰਲ ਬਾਡੀ ਇਸ ਮੌਜੂਦ ਤੇ ਬੁਲਾ ਲਈ, 1 ਪੁਆਇੰਟ ਏਜੰਡਾ ਕਿ ਜੀ ਤੁਸੀਂ ਦੱਸੋ ਇਲੈਕਸ਼ਨ ਕਦੋਂ ਹੋਣ। ਇਲੈਕਸ਼ਨ ਇਸ ਤੋਂ ਬਾਵਜੂਦ ਕਿ ਜਨਰਲ ਬਾਡੀ ਨੇ ਸਾਡੀ ਉਸ ਗੱਲ ਦੀ ਤਾਇਦ ਕੀਤੀ ਕਿ ਜੀ ਨਹੀਂ, ਮਾਰਚ 'ਚ ਹੋਣੇ ਚਾਹੀਦੇ ਤਾਂ ਕਿ ਮੌਸਮ, ਅਸੀਂ ਇਹ ਨਹੀਂ ਕਹਿੰਦੇ ਕਿ ਅਸੀਂ ਜੋੜ ਦੌੜੀ ਕਰਨਾ ਸੀ, ਨਹੀਂ, ਅਸੀਂ ਮੌਸਮ ਦੇ ਇਤਬਾਰ ਨਾਲ ਲੋਕਾਂ ਨੂੰ ਬਚਾਉਣਾ ਸੀ ਇਸ ਵਬਾ ਕੋਲੋਂ। ਠੀਕ, ਇਸ ਵਾਸਤੇ ਅਸੀਂ ਮਨਜ਼ੂਰੀ ਲੈ ਲਈ ਮਾਰਚ ਦੀ। ਲੇਕਿਨ ਫਿਰ ਵੀ ਜਦੋਂ ਉਹਨਾਂ ਨੇ ਚਹਿਮਗੋਈਆਂ ਸ਼ੁਰੂ ਕੀਤੀਆਂ ਆਪੋਜੀਸ਼ਨ ਨੇ, ਅਸੀਂ ਕਿ ਕੋਈ ਗੱਲ ਨਹੀਂ, ਹੁਣੇ ਕਰਾਓ। ਅਸੀਂ ਮਹੀਨੇ, ਸਾਨੂੰ ਕਿਹੜਾ ਮਸਲਾ ਹੈਗਾ, ਹਾਂ, ਅਸੀਂ ਮਹੀਨੇ ਦੇ ਵਕਫੇ 'ਚ ਇਲੈਕਸ਼ਨ ਤਿਆਰ ਕਰ ਲਿਆ, ਸ਼ਡਿਊਲ, ਔਰ ਇਲੈਕਸ਼ਨ ਕਰਾਤਾ। ਔਰ ਇਹ ਤੁਸੀਂ ਗੌਰ ਕੀਤਾ ਹੋਗਾ ਜਿਹੜੀ ਕਮਿਟਮੈਂਟ ਹੈ ਨਾ ਜੀ, ਸੱਚਾਈ ਔਰ ਕਮਿਟਮੈਂਟ ਹਰ ਸ਼ੋਬੇ 'ਚ ਕਿਤੇ ਵੀ। ਹਾਂ, ਸਾਡੇ ਪੈਨਲ ਦੀ ਇਹ ਖੂਬੀ ਹੈ ਕਿ ਹਰ ਬੰਦਾ ਸੰਜੀਦਗੀ ਨਾਲ ਆਪਣਾ ਹਿੱਸਾ ਅਦਾ ਕਰਦਾ ਹੈ, ਬਗੈਰ ਕਿਸੇ ਲਾਲਚ ਤੋਂ। ਡਿਮਾਂਡ ਨਹੀਂ, ਕੋਈ ਨਹੀਂ, ਕਿਸੇ ਦੀ ਕੋਈ ਡਿਮਾਂਡ ਨਹੀਂ ਹੁੰਦੀ। ਉਹ ਆਪਣੇ ਆਪ ਨੂੰ ਪੇਸ਼ ਕਰਦਾ ਹੈ ਉਸ ਤਰ੍ਹਾਂ ਹੀ ਜਿਸ ਤਰ੍ਹਾਂ ਇੱਕ ਘਰ ਦਾ ਫਰਜ਼ ਜਿਹੜਾ ਹੈ, ਉਹ ਰੋਟੀ ਵੀ ਕਮਾ ਕੇ ਲਿਆਂਦਾ ਹੈ, ਉਹ ਜਨਾਬ ਘਰ ਦੀ ਸਫਾਈ ਵੀ ਕਰਦਾ ਹੈ, ਉਹ ਬੱਚਿਆਂ ਦੀ ਫੀਸਾਂ ਵੀ ਖੁਦ ਅਦਾ ਕਰਦਾ ਹੈ ਬਗੈਰ ਕਿਸੇ ਲਾਲਚ ਤੋਂ, ਘਰ ਦਾ ਫਰਜ਼ ਦੀ ਗੱਲ ਕਰਦਾ। ਇਸੇ ਤਰ੍ਹਾਂ ਸਾਡੇ ਆਪਣੇ 'ਚ ਹੈ ਕਿ ਬੜੇ ਸੰਜੀਦਾ ਲੋਕ ਬਹੁਤ ਮਾਸ਼ਾਅੱਲਾ ਦਿਨ ਬ ਦਿਨ ਨਿਖਰ ਰਹੇ ਹਨ। ਔਰ ਇसी ਨਿਖਰਨ ਦੀ ਵਜ੍ਹਾ ਨਾਲ ਕਿ ਇੱਕ ਕਮਿਟਮੈਂਟ ਦੀ ਵਜ੍ਹਾ ਨਾਲ ਕਿ ਨਹੀਂ, ਮੈਂ ਨਹੀਂ ਇਸ ਕਾਬਲ, ਉਹ ਫਲਾਣਾ ਬੰਦਾ ਇਸ ਕਾਬਲ ਹੈ, ਉਹਨੂੰ ਲੈ ਕੇ ਆਓ। ਇਹਦੇ 'ਚ ਇਹ ਬੜਕਪਨ ਹੈ ਸਾਡੇ ਲੋਕਾਂ ਦਾ, ਜਿਹੜੇ ਆਪਣੇ ਆਪ ਨੂੰ ਪਿੱਛੇ ਰੱਖ ਕੇ ਐਸੇ ਲੋਕਾਂ ਨੂੰ ਅੱਗੇ ਆਉਣ ਦਾ ਮੌਕਾ ਦਿੰਦੇ ਨੇ ਜਿਹੜੇ ਕੁਝ ਕਰ ਸਕਦੇ ਨੇ, ਜਿਹੜੇ ਇਹਨਾਂ ਮਰੂਜ਼ੀ ਹਾਲਾਤ 'ਚੋਂ ਗੁਜ਼ਰ ਕੇ ਇੱਕ ਇਸ ਪ੍ਰੈਕਟਿਸ ਵਿੱਚ, ਅਮਲ 'ਚੋਂ ਗੁਜ਼ਰ ਕੇ ਅੱਗੇ ਆਉਂਦੇ ਨੇ। ਔਰ ਉਹ ਸਾਡੇ ਉਹ ਸਿਰ ਦੇ ਤਾਜ ਹਨ। ਉਹ ਲੋਕ ਜਿਹੜੇ ਸਾਡੇ ਨਾਲ ਚੱਲਦੇ ਨੇ ਉਹ ਵਾਕਈ ਸਾਡੇ ਸਿਰ ਦੇ ਤਾਜ ਹਨ, ਕਿਉਂਕਿ ਉਹਨਾਂ ਦੀ ਵਜ੍ਹਾ ਨਾਲ ਸਾਡੀ ਕਮਿਟਮੈਂਟ 'ਚ ਇਜ਼ਾਫਾ ਹੋਇਆ। ਤੁਹਾਨੂੰ
ਇਹ ਹੈਰਤ ਹੋਏਗੀ ਜੀ ਕਿ ਸਾਡਾ ਜਿਹੜਾ ਵੋਟ ਬੈਂਕ ਹੈ, ਜਿਹੜਾ ਪੈਨਲ ਦਾ ਕਮਿਟਡ ਵੋਟ ਹੈ, ਉਹਦੇ ਚ ਇਜ਼ਾਫਾ ਹੋਇਆ। ਮਾਸ਼ਾਅੱਲਾ। ਪਹਿਲੇ 600 ਹੁੰਦਾ ਸੀ, ਹੁਣ 750 ਤੋਂ 700 ਤੋਂ ਕ੍ਰਾਸ ਕਰ ਗਿਆ। ਉਹ ਇਹੀ ਵਜ੍ਹਾ ਹੈ ਕਿ ਹੁਣ ਹਰ ਬੰਦਾ ਜਿਹੜਾ ਹੈ, ਬਹੁਤ ਕਮ ਲੋਕ ਹਨ ਜਿਹੜੇ ਲਾਲਚ ਵਿੱਚ ਡਿਮਾਂਡਿੰਗ ਹਨ, ਜਾਂ ਉਹ ਚਾਹੁੰਦੇ ਹਨ ਕਿ ਸਾਨੂੰ ਅਹਿਮੀਅਤ ਦਿੱਤੀ ਜਾਵੇ, ਜਾਂ ਉਹ ਚਾਹੁੰਦੇ ਹਨ ਕਿ ਸਾਨੂੰ ਇਕਤਦਾਰ ਵਿੱਚ ਸ਼ਾਮਿਲ ਕੀਤਾ ਜਾਵੇ। ਇਕਤਦਾਰ ਕੀ ਹੁੰਦਾ? ਹਰ ਬੰਦਾ ਮੁਕਤਦਰ ਹੈ ਜੀ। ਹਰ ਸਾਡੇ ਇਹ ਫਲਸਫਾ ਹੈ, ਹਰ ਬੰਦਾ ਜਿਹੜਾ ਹੈ ਉਹ ਇਸ ਇਕਤਦਾਰ ਦਾ ਹਿੱਸੇਦਾਰ ਹੈ। ਅਗਰ ਮੈਂ ਸਦਰ ਸਾਂ ਤੇ ਉਹ ਹਰ ਬੰਦਾ ਸਦਰ ਸੀ, ਬਿਲਕੁਲ, ਕਿਉਂਕਿ ਉਹਦੀ ਇੱਜ਼ਤ ਦੀ ਵਜ੍ਹਾ ਨਾਲ ਮੈਂ ਸਦਰ ਬਣਿਆ। ਔਰ ਉਸ ਤੋਂ ਬਾਅਦ ਹੁਣ ਜਿਹੜਾ ਸਾਡਾ ਦੂਸਰਾ ਅਨਵਰ ਰਜ਼ਾ ਬਣਿਆ, ਉਹ ਵੀ ਉਹਨਾਂ ਦੀ ਇੱਜ਼ਤ ਦੀ ਵਜ੍ਹਾ ਨਾਲ ਬਣਿਆ ਕਿ ਉਹਨਾਂ ਨੇ ਇਤਮਾਦ ਕੀਤਾ ਔਰ ਉਹ ਆਏ ਤਾਂ ਉਹਨਾਂ ਨੂੰ ਡਿਊ ਰਿਸਪੈਕਟ ਸਾਡੇ ਦਿੰਦੇ। ਸਾਡਾ ਹਰ ਬੰਦਾ, ਹਰ ਕਾਰਕੁਨ ਨੂੰ, ਹਰ ਵੋਟਰ ਨੂੰ ਡਿਊ ਰਿਸਪੈਕਟ ਦਿੰਦੇ, ਇੱਜ਼ਤ ਦੇ ਕੇ ਇੱਜ਼ਤ ਦੀ ਇਨਵੈਸਟਮੈਂਟ ਅਸੀਂ ਕਰਦੇ ਹਾਂ। ਅੱਛਾ ਸ਼ਕੀਲ ਸਾਹਿਬ, ਮੈਂ ਇਸ ਸਾਰੇ ਸੂਰਤ ਹਾਲ ਨੂੰ, ਠੀਕ ਹੈ ਇਹ ਤੇ ਬੜੀਆਂ ਮੁਹੱਬਤ ਦੀਆਂ ਗੱਲਾਂ ਨੇ, ਔਰ ਮੈਂ ਸਮਝਦਾ ਕਮਿਟਮੈਂਟ ਤਾਂ ਹੁੰਦੀ ਇਸ ਤਰ੍ਹਾਂ ਹੈ, ਔਰ ਇਸੇ ਤਰ੍ਹਾਂ ਹੀ ਅਸੀਂ ਦੇਖਣਾ ਹੁੰਦਾ ਹੈ, ਔਰ ਇਸੇ ਤੇ ਦੇਖ ਰਹੇ ਹਾਂ। ਲੇਕਿਨ ਤੁਸੀਂ ਦੇਖਦੇ ਹੋ ਕਿ ਮੈਂ ਜ਼ਾਹਿਰ ਹੈ ਮੇਰੀ ਜਿਸ ਤਰ੍ਹਾਂ ਤਰਬੀਅਤ ਹੋਈ ਹੈ ਬਰਨਾ ਸਾਹਿਬ ਨਾਲ, ਉਸਮਾਨੀ ਸਾਹਿਬ ਨਾਲ ਕੰਮ ਕਰਕੇ, ਔਰ ਅਫਾਜ਼ ਸਾਹਿਬ ਨਾਲ ਕੰਮ ਕਰਕੇ, ਲਾਹੌਰ, ਕਰਾਚੀ, ਸਾਰੇ ਵੱਡੇ ਸਟੇਸ਼ਨ ਜਿਹੜੇ ਮੈਂ ਕਰਕੇ ਆਇਆ, ਔਰ ਮੈਂ ਤਰੱਕੀ ਪਸੰਦ ਸਿਆਸਤ ਜਿਹੜੀ ਉਹ ਮੈਂ ਕੀਤੀ ਹੈ, ਔਰ ਮੇਰੀ ਕਮਿਟਮੈਂਟ ਸਾਰਿਆਂ ਦੇ ਸਾਹਮਣੇ ਮੈਂ। ਲੇਕਿਨ ਮੈਂ ਦੇਖਿਆ ਇਹ ਹੈ, ਇੱਕ ਤਾਂ ਜਿਸ ਵੇਲੇ ਅਸੀਂ ਦੇਖਿਆ ਮੁਕਾਮੀ ਔਰ ਆਲਮੀ ਸਟੈਬਲਿਸ਼ਮੈਂਟ ਦੀ ਇਨਵੋਲਵਮੈਂਟ ਦੇਖੀ ਹੈ। ਮੈਂ ਅਹਿਮਦ ਮੀਰ ਸਾਹਿਬ ਨੂੰ ਇੱਕ ਜ਼ਿੰਦਗੀ ਸਾਰੀ ਉਹ ਤੁਹਾਡੇ ਨਾਲ ਲੱਗਾ ਰਿਹਾ ਤੇ ਅਚਾਨਕ ਉਹ ਆਜ਼ਾਦ ਜਰਨਲਿਸਟ ਬਣਨ ਦੀ ਕੋਸ਼ਿਸ਼ ਉਹਨੇ ਕੀਤੀ ਹੈ। ਇਹ ਸਾਰੀ ਸੂਰਤ-ਏ-ਹਾਲ, ਫਿਰ ਇੱਕ ਹੋਰ 2-4 ਸ਼ਰਾਰਤੀ ਲੋਕ ਜਿਹੜੇ ਉਹ ਵੀ ਮੈਂ ਦੇਖਣਾ ਵਾ, ਉਹ ਵੀ ਹਰ ਇਲੈਕਸ਼ਨ ਤੇ ਉਹਨਾਂ ਨੂੰ ਕੋਈ ਨਾ ਕੋਈ, ਜਿਹਨੂੰ ਕਹਿੰਦੇ ਨਾ ਅਲੱਗ ਉੱਠਦਾ, ਤੇ ਉਹ ਇੱਕ ਸਾਰੇ ਮਾਮਲੇ ਨੂੰ ਦੇਖਣਾ। ਮੈਂ ਸੁਣਾ ਪੰਜਾਬੀ ਦਾ ਇਹ ਲਫ਼ਜ਼ ਬੜਾ ਸੋਹਣਾ ਇੱਥੇ ਫਿੱਟ ਆਇਆ ਹੈ, ਅਲੱਗ ਉੱਠਦਾ ਹੈ ਤੇ ਅਚਾਨਕ ਉਹ ਕੋਈ ਨਾ ਕੋਈ ਸ਼ੁਰਲੀ ਜਿਹੜੀ ਹੈ ਕੋਈ ਨਾ ਕੋਈ ਛੱਡ ਦਿੰਦੇ ਨੇ। ਇਹ ਜਿਹੜੀ ਦਿਲਚਸਪੀ ਹੈ, ਜਾਂ ਇਹ ਮਹਿੰਗਾ ਇਲੈਕਸ਼ਨ ਹੋ ਗਿਆ ਹੈ, ਕਰੋੜਾਂ ਤੱਕ ਟੁਰ ਗਿਆ ਹੈ, ਔਰ ਮਾਮਲੇ ਔਰ ਇਨਵੋਲਵਮੈਂਟ, ਮੇਰਾ ਕਬਜ਼ਾ ਤੇਰਾ ਕਬਜ਼ਾ, ਮੇਰੇ ਲੋਕ ਤੇਰੇ ਲੋਕ, ਇਹ ਕੀ ਹੈ? जब ਤੁਸੀਂ ਅਹਿਮਦ ਮੀਰ ਸਾਹਿਬ ਦਾ ਜ਼ਿਕਰ ਕੀਤਾ ਨਾ ਜੀ, ਤੁਸੀਂ ਯਕੀਨ ਕਰੋ, ਤੁਸੀਂ ਵੀ ਇਸ ਗੱਲ ਦੇ ਗਵਾਹ ਹੋ ਕਿ ਅਸੀਂ ਦਿਲ ਨਾਲ ਮੁਹੱਬਤ ਦਿੱਤੀ, ਇਹਤਰਾਮ ਦਿੱਤਾ ਜੀ, ਔਰ ਅਸੀਂ ਹਮੇਸ਼ਾ ਖੜੇ ਹੋ ਗਏ ਹਰ ਉਸ ਬੰਦੇ ਨਾਲ ਜਿਹੜਾ ਤਕਲੀਫ ਵਿੱਚ। ਇੱਕ ਮੈਂ ਸਿਰਫ ਅਹਿਮਦ ਮੀਰ ਸਾਹਿਬ ਦੀ ਗੱਲ ਨਹੀਂ ਕਰ ਰਿਹਾ, ਹੋਰ ਜਿਹੜੇ ਲੋਕ ਸਨ ਜਿਨ੍ਹਾਂ ਨੂੰ ਵੀ ਮੁਸ਼ਕਿਲ ਵਕਤ ਹੈ, ਮਤੀਉਲਾ ਦੇਖ ਲਓ, ਆਸਮਾ ਸ਼ਿਰਾਜ਼ੀ ਦੇਖ ਲਓ, ਹੋਰ ਜਿਹੜੇ ਲੋਕ, ਅਸੀਂ ਬਿਲਕੁਲ ਦਿਲ ਨਾਲ ਖੜੇ ਹੋ ਗਏ ਔਰ ਅਸੀਂ ਉਹਨਾਂ ਦੇ ਔਰ ਇੱਕ ਮੁਖਾਲਫੀਨ ਦੇ ਦਰਮਿਆਨ ਦੀਵਾਰ ਬਣ ਗਏ। ਔਰ ਅਸੀਂ ਉਹ ਮੁਕਾਮ ਜਦ ਤੱਕ ਕਲੀਅਰ ਨਹੀਂ ਹੋ ਜਾਂਦਾ ਅਸੀਂ ਸਾਥ ਨਹੀਂ ਛੱਡਿਆ। ਮੈਨੂੰ ਬੜੀ ਹੈਰਤ ਹੈ ਜੀ ਕਿ ਅਸੀਂ ਆਪਣੀ ਇੱਜ਼ਤਾਂ ਦਾ ਤੇ ਲਾ ਕੇ ਨਾ, ਤੇ ਅਸੀਂ ਅਹਿਮਦ ਮੀਰ ਸਾਹਿਬ ਨੂੰ ਜਾਨਾ ਵੀ ਜਾਨਾ ਦਾ ਬਿਲਕੁਲ ਇੱਜ਼ਤਾਂ ਵੀ ਜਾਨਾ ਵੀ, ਕਿ ਅਸੀਂ ਉਹਨਾਂ ਨੂੰ ਉਸ ਮੁਸ਼ਕਿਲ ਵਕਤ ਚੋਂ ਕੱਢਿਆ। ਲੇਕਿਨ ਉਹਨਾਂ ਨੂੰ ਜਿਹੜਾ ਮੈਸੇਜ ਮਿਲਿਆ ਉਹ ਇਤਨਾ ਅਫਸੋਸਨਾਕ ਸੀ ਕਿ ਹੁਣ ਅਸੀਂ ਸੋਚਣਾ ਸ਼ੁਰੂ ਕਰਤਾ ਹੈ ਕਿ ਅਸੀਂ ਕਿਉਂ ਐਸੀ ਹਰਕਤਾਂ ਕਰਦੇ ਹਾਂ। ਲੇਕਿਨ ਨਹੀਂ, ਸਾਡਾ ਨਜ਼ਰੀਆ ਹੈ ਠੀਕ ਕਿ ਜਿਹੜਾ ਬੰਦਾ ਮੁਸੀਬਤ ਜ਼ਦਾ ਹੈ, ਆਜ਼ਾਦੀ ਸਹਾਫਤ ਜਾਂ ਆਜ਼ਾਦੀ ਇਜ਼ਹਾਰ ਰਾਏ ਰਸਤੇ ਮੁਸ਼ਕਿਲ ਦਾ ਸਾਹਮਣਾ ਕਰੇਗਾ, ਅਸੀਂ ਉਹਦੇ ਨਾਲ ਖਲੋਤੇ ਹਾਂ ਔਰ ਖਲੋਤੇ ਰਹਾਂਗੇ। ਇੱਕ ਵਾਰ ਅੱਲਾ ਨਾ ਕਰੇ ਇੱਕ ਵਾਰੀ ਹੋਰ ਵਕਤ ਆਵੇ ਅਹਿਮਦ ਮੀਰ ਤੇ, ਫਿਰ ਤੁਸੀਂ ਨਾਲ ਹੋਵੋਗੇ, ਬਿਲਕੁਲ ਅਹਿਮਦ ਮੀਰ ਦੇ ਨਾਲ ਹੋਵਾਂਗੇ ਔਰ ਉਹਨੂੰ ਅਹਿਸਾਸ ਦਿਲਾਵਾਂਗੇ ਕਿ ਇੱਕ ਇਹੀ ਗਰੁੱਪ ਹੈ ਜਿਹੜਾ ਖਲੋਂਦਾ ਹੈ ਔਰ ਜਿਹੜਾ ਮੁਸ਼ਕਿਲ ਤੋਂ ਨਿਕਾਲਣ ਦੀ ਕੋਸ਼ਿਸ਼ ਕਰਦਾ ਹੈ, अपनी तमाम तरह सलाहियत इस्तेमाल कर दें। माजी देख लो जो कुछ होया कि असी ऐसे मुकाम ते गए हैं कि जिथे कोई आम आदमी सोच भी नहीं सकता, और उन्होंने अहमद मीर साहब की मर्जी के मुताबिक है, उन्होंने को पुछ के गए कि जी इस तरह कर लीए, इस तरह कर लीए, उन्होंने इजाजत के नाल गए हैं। मैं नहीं समझ आती कि इस कदम, इतना बड़ा कदम उन्होंने क्यों उठाया। असी लालच तो बगैर कर दें। मिसाल के तौर पर मतीउल्ला पिछली बारी जो मैं इलैक्शन लड़िया उस लिए साढ़े नाल खलोता सी, अचानक वो अगवा होया और उसने अल्लाह ताला ने उसको इज्जत दी, पूरी दुनिया च मशहूर हो गया, वो खलो गया आके साढ़े मुकाबले च। असी बिल्कुल माइंड नहीं किया, ना असी लालच की खातर उहदे नाल टुरे सां खलोए सां, ना आइंदा कदी खलोवांगे या चलांगे, बिल्कुल कोई लालच नहीं। ये साढ़े मंशूर का हिस्सा है, ये साढ़ा मकसद है, साढ़ा एम है कि वो बंदा जिहड़ा मुश्किल का शिकार होंदा है असी उहदे नाल खलोते हैं, एक यूनियन या प्रेस क्लब की हैसियत। अच्छा, एक और सवाल है, वो मैं समझदा वो बड़ा रेलिवेंट सवाल है कि इतिहाद किया जाए, वसी तारे इतिहाद, और दूसरा खवातीन नूं वड्डियां सीटां ते लिआंदा जावे। और मैं और तुसीं भी सारे असी इस हक च हां कि बराह रास्त खवातीन नूं सीटां लिआणियां चाहीदियां, वो मुल्की सियासत होवे, वो सूबाई सियासत होवे, वो बलदियाती सियासत होवे या कम्यूनिटी सियासत होवे। इस नूं किस नज़र नाल देखदे हो और वसी तारे इतिहाद? मैं समझदा कि नेशनल प्रेस क्लब
दुनिया च पहला जी प्रेस क्लब है जिसने ਜਿਹੜੀ ਖਵਾਤੀਨ ਹੈ ਨਾ ਉਹ ਬਰਾਹ ਰਾਸਤ ਇਲੈਕਸ਼ਨ ਥੋੜਾ ਮੁਸ਼ਕਿਲ ਨਾਲ ਜਿੱਤਦੀਆਂ ਕਰ ਨਹੀਂ ਸਕਦੀਆਂ ਕਿਉਂਕਿ ਉਹ ਜ਼ਾਹਿਰ ਹੈ ਸਾਡਾ ਸੈਟਅਪ ਹੈ ਪੂਰੇ ਦਾ ਪੂਰਾ ਔਰ ਅਸੀਂ ਉਹਨਾਂ ਦਾ ਕੋਟਾ ਰੱਖਿਆ ਯਾਨੀ ਇਸ ਵੇਲੇ ਜਿਹੜੀ ਖਵਾਤੀਨ ਨਸ਼ਿਸਤਾਂ ਤੇ ਲੋਕ ਆਉਂਦੇ ਨੇ ਜਿਹੜੇ ਖਵਾਤੀਨ ਆਉਂਦੀਆਂ ਉਹ 5 ਹਨ ठीक 4 ਹਨ ठीक ਇੱਕ ਵਾਈਸ ਪ੍ਰੈਜ਼ੀਡੈਂਟ ਇੱਕ ਜੁਆਇੰਟ ਸੈਕਟਰੀ ਔਰ 2 ਗਵਰਨਿੰਗ ਬਾਡੀ ਦੀਆਂ ਔਰ ਉਹ ਤਾਂ ਉਹਨਾਂ ਦੀ ਸੀਟਾਂ ਹੁੰਦੀਆਂ ਹੀ ਹੁੰਦੀਆਂ ਇਸ ਤੋਂ ਇਲਾਵਾ ਅਗਰ ਕੋਈ ਆਣਾ ਚਾਹੇ ਜਿਸ ਤਰ੍ਹਾਂ ਸਾਡੇ ਐਤਕੀ ਮਾਸ਼ਾਅੱਲਾ ਬੱਚੀਆਂ ਆਈਆਂ ਔਰ ਨਈਰ ਅਲੀ ਹੈ ਇਹ ਫਾਈਨਾਂਸ ਸੈਕਟਰੀ ਜਿੱਤੀ ਹੈ ਤੇ ਇਹ ਇਧਰ ਥੋੜਾ ਮੁਸ਼ਕਿਲ ਅਮਲ ਹੁੰਦਾ ਲੇਕਿਨ ਅਗਰ ਅਸੀਂ ਕਹੀਏ ਕਿ ਉਹਨਾਂ ਨੂੰ ਅਸੀਂ ਨੁਮਾਇੰਦਗੀ ਆਪਣੇ ਈਵਾਨ ਵਿੱਚ ਦਈਏ ਉਹ ਇਸ ਤਰੀਕੇ ਨਾਲ ਦਿੱਤੀ ਕਿ ਆਇਨ ਵਿੱਚ ਮੌਜੂਦ ਹੈ ਕਿ ਅਸੀਂ ਉਹਨਾਂ ਨੂੰ 4 ਸੀਟਾਂ ਫਿਕਸ ਦੇਣੀਆਂ ਜਿਹੜੀਆਂ ਖਵਾਤੀਨ ਦੀਆਂ ਨਸ਼ਿਸਤਾਂ ਤੇ ਖਲੋਂਦੀਆਂ ਔਰ ਉਹ ਵੋਟ ਲੈ ਕੇ ਈਵਾਨ ਵਿੱਚ ਆਉਂਦੀਆਂ ਔਰ ਰੋਲ ਪਲੇ ਕਰਦੀਆਂ बड़ी बड़ी स्टार खातून है साढ़े कोल जड़ी शऊर रखती है जो पूरा मायरा इमरान तुसी देखो मायरा इमरान वो शख्सियत है जिस ते फखर किया जा सकता है जड़ी साढ़े सिर दी ताज है साड़ा झूमर है कि वो इतना मुकम्मल पैकेज है कि हर पासे आ सकती हो और अल्लाह नू जिंदगी दवे उन्हें तरक्की दवे सन ते ओदा मुस्तकबिल बड़ा तवील नजर आ रहा है और बड़ा अच्छा नजर आ रहा है बड़ा रोशन नजर आ रहा है कि उस जैसी ख्वातीन जड़ी है बहुत अगे चले खुद भी जड़ी नैयर अली है नैयर अली च बड़ियां खूबियां बड़े गुण और वो भी अगे आ सकती हैं और असी कोशिश की है कि असी मखसूस सीटां तो हट के भी असी बराह रास्त लड़कियों ने बराह रास्त इलेक्शन लड़ी और कामयाब होया साड़ा इलेक्शन अच्छा एक और सवाल अजकल बड़ा हाट टाक है और तुसी भी उससे बड़ा कम किया किताब तुहाडी मौजूद है वाजिद शमसुल हसन साहब की किताब जिहड़ी है वो मार्केट च है और उसते बहसां मुबैसां भी लागां हो रही ने तुसी उन्होंने किस तरह देखते हो पे और तुसां अपनी किताब के हवाले मैं चाहना कि जाहिर है तूल तवील ते सामने नहीं आंदा किसने बेनज़ीर नूं कतल किया कौन कौन सी और की कहानी है इन्वेस्टिगेशन जी मेरी किताब है इन्वेस्टिगेशन है कि तुसी कंक्लूजन नहीं कर सकते ठीक वो अदालत नहीं करनी ਅਸੀਂ ਤੇ ਸਾਰੇ ਰਸਤੇ ਲਾ ਕੇ ਛੱਡ ਦਿੱਤੇ ਕਿ ਇਹ ਚੀਜ਼ਾਂ ਸਨ ਇਹ ਮਸ਼ਕੂਕ ਆਦਮੀ ਇਹ ਗ੍ਰੇ ਏਰੀਆਜ਼ ਹਨ ਇਹ ਚੀਜ਼ਾਂ ਤੇ ਗੌਰ ਕਰੋ ਔਰ ਉਹਨਾਂ ਨੂੰ ਇਨਵੈਸਟੀਗੇਟ ਕਰੋ ਤਾਂ ਉਹਨਾਂ ਚੋਂ ਕੋਈ ਨਾ ਕੋਈ ਨਿਕਲ ਆ ਗਿਆ ਲੇਕਿਨ ਉਹ ਨਹੀਂ ਹੋਇਆ ਉਹਨਾਂ ਨੇ ਉਹੀ ਰਸਤੇ ਬੰਦ ਕੀਤੇ ਜਿਹਦੇ ਚ ਮੈਂ ਨਿਸ਼ਾਨਦੇਹੀ ਕੀਤੀ ਸੀ ਔਰ ਅੱਜ ਸਾਰੇ ਦੇ ਸਾਰੇ 100% ਜਿਹੜੀਆਂ ਮੈਂ ਗੱਲਾਂ ਸਨ ਪਹਿਲੇ ਉਹ 1 ਸਾਲ ਹੁਣ ਤੱਕ ਸਾਰੀ ਕੰਪਲੀਟ ਹੋ ਗਈਆਂ 2010 ਵਿੱਚ ਕਿਤਾਬ ਛਪੀ ਸੀ ਔਰ ਉਸ ਤੋਂ ਬਾਅਦ ਉਹ ਚ ਮੈਂ ਇਹ ਵੀ ਲਿਖਿਆ ਹੈ ਕਿ 5 ਦੇ 5 ਜਿਹੜੇ ਲੋਕ ਹਨ ਇਹ ਨਹੀਂ ਕਰ ਇਹ ਬਰੀ ਹੋ ਜਾਣਗੇ ਔਰ ਸਾਡੇ ਬਰੀ ਹੋ ਗਏ ਸਾਡੇ ਸਾਹਮਣੇ ਠੀਕ ਤੇ ਇਹ ਚੀਜ਼ਾਂ ਅਸੀਂ ਤਾਂ ਨਹੀਂ ਕਰ ਸਕਦੇ ਨੇ ਕਿ ਫਲਾਨਾ ਨਿਸ਼ਾਨਦੇਹੀ ਨਹੀਂ ਕਰ ਸਕਦੇ ਯੂਐਨ ਕਮਿਸ਼ਨ ਨੇ ਜ਼ਰੂਰ ਨਿਸ਼ਾਨਦੇਹੀ ਕੀਤੀ ਹੈ ਉਹਨਾਂ ਨੇ ਉਹੀ ਚੀਜ਼ਾਂ ਕੀਤੀਆਂ मेरी किताब ते बेस की वो भी उन्होंने इन्वेस्टिगेशन इंक्वायरी लेकिन उन्होंने गल्लां कीतियां है कि जी फलां आदमी मशकूक है फलां आदमी मशकूक है उन्होंने ਇਹਦੇ ਚ ਵੀ ਗੱਲ ਕੀਤੀ ਹੈ ਸੈਂਸਿਟਿਵ ਏਜੰਸੀਜ਼ ਦੇ ਬਾਰੇ ਚ ਵੀ ਕਿ ਉਹਨਾਂ ਦਾ ਰੋਲ ਵੀ ਥੋੜਾ ਮਸ਼ਕੂਕ ਸੀ ਉਹਨਾਂ ਵਾਲੇ ਪਾਸੇ ਵੀ ਗੌਰ ਕਰੋ ਲੇਕਿਨ ਨਹੀਂ ਉਹ ਸਾਰੇ ਦਰਵਾਜ਼ੇ ਬੰਦ ਹੋ ਗਏ ਕਿ ਜਿਹੜਾ ਜਿਸ ਪਾਸੇ ਇਨਵੈਸਟੀਗੇਸ਼ਨ ਕਰਕੇ ਅਸਲ ਮੁਜਰਮ ਤੱਕ ਪਹੁੰਚਣਾ ਸੀ ਉਹ ਸਾਰੇ ਦਰਵਾਜ਼ੇ ਬੰਦ ਕਰਤੇ ਉਹਨਾਂ ਨੇ ਲੇਕਿਨ ਵਕਤ ਸਾਬਤ ਕਰੇਗਾ ਕਿ ਉਹ ਚੀਜ਼ਾਂ ਜਿਹਦੀ ਖਾਤਰ ਜਿਹਦੀ ਤਰਫ ਅਸੀਂ ਨਿਸ਼ਾਨਦੇਹੀ ਕੀਤੀ ਹੈ ਉਹ ਦਰੁਸਤ ਸਾਬਤ ਹੋ ਰਹੀਆਂ और होंगे इंशाल्लाह। अच्छा एक और सूरत में पूछना चाहना क्राइम रिपोर्टिंग मुक गई फीचर राइटिंग मुक गई तहकीकाती रिपोर्टिंग मुक गई और उर्दू और अंग्रेज़ी जर्नलिज्म का जिहड़ा दरम्यान च एक है तुहाडी स्कूलिंग जिहड़ी है उर्दू जर्नलिज्म दी होई है फिर उस तो बाद तुसी इस वेले इंग्लिश जर्नलिज्म है ट्रेड यूनियन तुहाडे नाल मौजूद है इस सारे विच तरक्की पसंदाना अंदाज़े नज़र जिहड़ा सी या तरक्की पसंद सहाफत जिहड़ी पाकिस्तान टाइम दी इमरोज़ दी वो जिहड़ा एक पुराना जिन्हों कहंदे पूरा एक जिन्हों कहंदे अहदे ज़र्री वो किधर गया की होंदा पिया नवे लोग की करते मेरा ख्याल है पता है हुण एक तवील अरसा गुजरन तो बाद से 15 साल या 10 साल या 20 साल गुजरन तो बाद मैनू एक रमक नजर आ रही है कि तरक्की पसंद ਜਿਹੜੇ ਲੋਕ ਜਰਨਲਿਜ਼ਮ ਜਰਨਲਿਜ਼ਮ ਜਾਂ ਲੋਕ ਉਹ ਸਾਡੀ ਉਮੀਦਾਂ ਪੂਰੇ ਉਤਰ ਰਹੇ ਰੋਸ਼ਨ ਇਮਕਾਨ ਹੈ ਕਿ ਫਿਰ ਉਹ ਪੁਰਾਣਾ ਦੌਰ ਆਵੇ ਕਿ ਜਿਹਦੇ ਚ ਤਰੱਕੀ ਪਸੰਦੀ ਜਿਹੜੀ ਹੈ ਉਹਨੂੰ ਸਹੀ ਕਰਾਰ ਦਿੱਤਾ ਜਾ ਰਿਹਾ ਉਹਦੀ ਬੁਨਿਆਦ ਤੇ ਜਰਨਲਿਜ਼ਮ ਕੀਤੀ ਜਾ ਰਹੀ ਹੈ ਬਾਕੀ ਤੇ ਜਿਹੜੀ मॉडर्न जर्नलिज्म है ये तो मैं इसमें मनता ही नहीं ये कट पेस्ट वाली गूगल वाली जर्नलिज्म है ही सेड वाली जर्नलिज्म है इन्वेस्टिगेशन दूर दूर तक नहीं लेकिन असी साढ़े जिहड़ा
ਅਦਾਰਾ ਹੈ ਉਹ ਬੇਸ ਕਰਦਾ ਜਰਨਲਿਜ਼ਮ ਆਪਣਾ ਇਨਵੈਸਟੀਗੇਸ਼ਨ ਦੀ ਜਰਨਲਿਜ਼ਮ ਦੇ ਹੀ ਸੈਡ ਵਾਲੇ ਬਹੁਤ ਘੱਟ ਹਨ ਬਰਸੂਰਤ ਇਹ ਇਮਕਾਨ ਰੋਸ਼ਨ ਹੈ ਕਿ ਇਨਵੈਸਟੀਗੇਸ਼ਨ ਵੀ ਜ਼ਿੰਦਾ ਰਹੇਗੀ ਔਰ ਤੁਹਾਡੀ ਜਿਹੜੀ ਹੈ ਤਰੱਕੀ ਪਸੰਦੀ ਰਿਪੋਰਟਿੰਗ ਦੀ ਇਨਸਾਨ ਦੋਸਤੀ इंसान दोस्ती आज़ादी इजहार राय आज़ादी सहाफत डेमोक्रेसी बुनियाद ते डेमोक्रेसी इदी बुनियाद ते इंशाअल्लाह ताला जर्नलिज्म होएगी और वो कामयाब होएगी। ਅੱਛਾ ਆਖਰ ਤੇ ਤੁਹਾਡੇ ਨਾਲ ਇੱਕ ਸਵਾਲ ਹੋਰ ਮੈਂ ਕਰਨਾ ਚਾਹਨਾ ਉਹ ਦੁਨੀਆ ਕਹਿੰਦੀ ਹੈ ਜੀ ਮੀਡੀਆ ਮੁੱਕ ਗਿਆ ਮੈਂ ਕਹਿਣਾ ਕਿ ਮੀਡੀਆ ਮੁੱਕਿਆ ਨਹੀਂ ਮੀਡੀਆ ਰੀਸ਼ੇਪ ਹੋਇਆ ਹੈ ਉਹਦੀ ਸ਼ਕਲ ਤਬਦੀਲ ਹੋਈ ਹੈ ਔਰ ਮੀਡੀਆ ਜ਼ਿਆਦਾ ਫੈਲ ਗਿਆ ਤੁਸੀਂ ਕੀ ਕਹਿੰਦੇ ਹੋ मैं समझदा मेरा राय थोड़े को जरा मुख्तलिफ है जी इस वास्ते कि मैं समझदा कि जेड़ा प्रिंट मीडिया ना जी ਉਹਦੀ जगह कोई और मीडिया ले नहीं सकता ठीक ਉਹਦੀ वजह है कि आज भी जेड़ा मैं 50 साल पहले को खबर दी सी या 40 साल पहले दी सी वो मौजूद है प्रिंट ਦੀ सूरत मौजूद है जेड़ा थोड़ा इलेक्ट्रॉनिक मीडिया है ये आया और गया ਤੁਸੀਂ ਕਿੰਨੇ ਟਿੱਕਰ ਇਕੱਠੇ ਕਰੋਗੇ ਜਾਂ ਕਿੰਨੇ ਤੁਸੀਂ ਆਪਣੀ ਫੁਟੇਜ ਇਕੱਠੀਆਂ ਕਰੋਗੇ ਲੇਕਿਨ ਬਰਸੂਰਤ ਇਹਦਾ ਨੈਗੇਟਿਵ ਪੁਆਇੰਟ ਹੈਗਾ ਕਿ ਮਸ਼ਰੂਮ ਗਰੋਥ ਅੰਦਰ ਫੈਲਿਆ ਔਰ ਜਿਹੜਾ ਹਾਂ ਚੀਦਾ ਹੁੰਦੀਆਂ ਚੀਦਾ ਤਰੀਕੇ ਨਾਲ ਕੀਤਾ ਜਾਂਦਾ ਇੱਕ ਨਿਆਂ ਅੰਦਾਜ਼ ਨਾਲ ਕੀਤਾ ਜਾਂਦਾ ਇਹ ਮੁਖਤਲਿਫ ਸੀ ਔਰ ਇਹ ਰੋਸ਼ਨ ਇਮਕਾਨ ਲੈ ਕੇ ਆਂਦਾ ਕਿ ਹਰ ਗਲੀ ਹਰ ਘਰ ਦੇ ਵਿੱਚ ਪਹੁੰਚ ਜਾਂਦਾ ਲੇਕਿਨ ਹੁਣ ਲੋਕ ਜਦੋਂ ਸੁਣਦੇ ਨੇ ਕਿ ਇਹਦਾ ਫਲਾਣਾ ਵੀ ਚੈਨਲ ਹੈ ਉਹ ਥੋੜੇ ਮੁਸ਼ਕਿਲ ਨਾਲ ਉਸ ਨੂੰ ਕਬੂਲ ਕਰਦੇ ਨੇ ਔਰ ਕਿਤਨੇ ਦੇਖਣ ਸਿਲੈਕਟਿਵ ਹੋਣਾ ਚਾਹੀਦਾ ਇਹ ਜਿਹੜੀ ਤੁਹਾਡੀ ਇਲੈਕਟ੍ਰॉनिक मीडिया है यूट्यूबर इंतहाई सिलेक्टिव ये नहीं कि अपने गाने भी पा दो आज मैंने फलाने कपड़े पहने वो भी डाल दें आज मैं फलानी जुत्ती पानी है वो भी बेटा नो इस वजह ना लोग मयार खराब हो रहा है लोग ग्रेज कर रहे हैं जिसनों ਕਿ ਇਸ ਨੂੰ ਉਹ ਦਫਾ ਕਰੋ ਜੀ ਕਹਿੰਦੇ ਦਫਾ ਕਰੋ ਜੀ ਇਹ ਕੀ ਹੈ ਜੀ ਇਹ ਨਵਾਂ ਕੰਮ ਹੈ ਅੱਛਾ ਮੈਂ ਆਖਰ ਤੇ ਤੁਹਾਡੇ ਨਾਲ ਜ਼ਾਹਿਰ ਹੈ ਟ੍ਰੇਡ ਯੂਨੀਅਨ ਤੁਹਾਡੀ ਕੁੱਠੀ 'ਚ ਬੜੀ ਹੈ ਲਹੂ 'ਚ ਆਈ ਹੈ ਔਰ ਤੁਸੀਂ ਔਰ ਅਸੀਂ ਸਾਰੇ ਬੇਰੁਜ਼ਗਾਰੀ ਤੋਂ ਮਾਲਕਾਨ ਆਜਰ ਅਜੀਰ ਦੇ ਮਾਮਲੇ ਬਾਰਗੇਨਿੰਗ ਏਜੰਟ ਦੀ ਸਾਰੀ ਸੂਰਤ-ਏ-ਹਾਲ ਉਹ ਕਿੱਧਰ ਗਈ ਹੈ ਔਰ ਉਹ ਆਲਾ ਜਿਹੜਾ ਅਸੀਂ ਬਾਕਾਇਦਾ ਜ਼ਾਹਿਰ ਅਸੀਂ ਵੀ ਇਹਦੀ ਗੱਲ ਕਰਦੇ ਹਾਂ ਅਸੀਂ ਬਾਰਗੇਨਿੰਗ ਦੀ ਗੱਲ ਕਰਨੇ ਹਾਂ ਅਸੀਂ ਮਾਲਕ ਔਰ ਅੱਜ ਜਿਹੜਾ ਵਰਕਰ ਹੈ ਉਹਦੀ ਲੜਾਈ ਦੇ ਕਾਇਲ ਨਹੀਂ ਹਾਂ ਅਸੀਂ ਇੱਕ ਪਿਲਰ ਦੇ ਤੌਰ ਤੇ ਅਸੀਂ ਨਾਲ ਲੈ ਕੇ ਚੱਲਣਾ ਚਾਹੁੰਦੇ ਹਾਂ ਉਹ ਜਿਹੜੀ ਆਲਾ ਟ੍ਰੇਡ ਯੂਨੀਅਨ ਸੀ ਔਰ ਜਿਹੜਾ PFUJ ਸੀ ਫਿਰ ਧੜੇ ਔਰ ਦੁਕਾਨਾਂ ਇਹ ਕੀ ਹੈ ਇਹ ਦੇਖੋ ਨਾ ਫਿਰ ਉਹ ਗੱਲ ਹੈ ਕਿ ਪ੍ਰੈਸ ਕਲੱਬ ਤੇ ਕਬਜ਼ਾ ਕਿਉਂ ਲੋਕ ਚਾਹ ਰਹੇ ਨੇ ਕਿ ਜੀ ਮੈਨੂੰ ਸੀਟ ਮਿਲੇ ਠੀਕ ਉਹ ਆਪਣੇ ਜਿਹੜੇ ਵੈਸਟਡ ਇੰਟਰਸਟ ਹਨ ਜਿਹੜੀ ਕਮਾਈ ਦੇ ਜ਼ਰੀਏ ਮੈਂ ਨਹੀਂ ਕਹਿੰਦਾ ਕਿ ਕੋਈ ਸਾਰੇ ਐਸੇ ਨੇ ਲੇਕਿਨ ਖਾਸ ਤੌਰ पे ਤੇ ਕਬਜ਼ਾ ਕਿਉਂ ਕਰ ਰਹੇ ਨੇ ਇਸ ਕਲੇ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਸਰਕਾਰ ਵੀ ਕਰ ਰਹੀ ਹੈ एस्टैब्लिशमेंट भी कर रही है कि उन्होंने मर्जी के बंदे आन और अपनी मर्जी चलान नहीं इसनों अगर तुसी इबादत समझ के करोगे तो बहुत बड़ा है ये आज़ादी है इजहार राय का जड़ा एक कला है वो इस प्रेस क्लब में होना चाहिए और है भी इस वेले तक तो है लेकिन अगे असी कुछ नहीं कह सकते कि अगे इन्हों के की रवैये होंगे वो की करेंगे लेकिन ये बड़ा मजबूत किला है आज़ादी इजहार राय जमहूरीयत और आज़ादी सहाफत ये बैठे इत्थे बरदार है और असी इसी बुनियाद पे कामयाब मैं तुम क्यों कहा कि ये जड़ी कमिटमेंट है जड़ी सहाफत है ये वाली सहाफत जड़ी असी कर रहे हैं ये सहाफत आगे अरूज पाएगी उसकी वजह यही है कि असी क्यों जित रहे हैं इस वास्ते कि असी इन्हां गल्लां इन्हां चीज़ां ते यकीन ईमान रखने हाँ इसदा ईमान दे हद तक रखते हैं यकीन कि जी इसने साड़ी जिम्मेदारी है साड़ी ड्यूटी है कि असी हर दुखी शख्स चाहे वो घर च बैठा है या वो बाहर फिर रहा है जोड़ा मसाइल का शिकार है असी उसकी मदद करिए और असी कीती भी है और इंशाल्लाह करते रवांगे भावें इत्थे बैठे हैं या जिधर भी बैठे हैं ये साड़ी जिंदगी का और मंशूर का हिस्सा है ये अल्लाह की इबादत है जो असी इबादत की सूरत कर रहे हैं पेट न पईयां रोटियां ते सभे खल्लां खोटियां मीर निज़ामी खा फिट्टे साडे सिर विच आ गए चिट्टे 15 साल तों कच्चे कौन कराए सानू पक्के कहानियां बहुत ने पर ये बेरोज़गारी ये पक्का ठेकेदारी ये सारी चलती रहेगी अपने साथी अपने यार अहमद लतीफ़ नू इजाज़त दिओ शकील अंजम साहब मैं तुहाडे कोलों इजाज़त लवांगा अल्लाह निगहबान।